हाँ जी दोस्तों, वेलकम बैक। दोस्तों ਅੱਜ ਦੋ ਇੰਸੀਡੈਂਟ ਹੋਏ ਨੇ ਡੇਰਾ ਬਿਆਸ ਵਿੱਚ। ਉਹ ਤੁਹਾਡੇ ਨਾਲ ਅੱਜ ਇਸ ਵੀਡੀਓ ਵਿੱਚ ਸ਼ੇਅਰ ਕੀਤੇ ਜਾਣਗੇ। ਬਾਬਾ ਜੀ ਦੀ ਦੋ ਫੋਟੋਜ਼ ਨਵੀਆਂ ਆਈਆਂ ਨੇ, ਤੁਸੀਂ ਦੇਖ ਸਕਦੇ ਹੋ। ਇਸ ਵਿੱਚ ਦੋ ਤਰ੍ਹਾਂ ਦੇ ਪੋਜ਼ ਤੁਹਾਨੂੰ ਮਿਲਣਗੇ। ਸ਼ਾਇਦ ਇਹ ਭਾਈ ਸਾਹਿਬ ਅੱਗੇ ਵੀ ਆ ਚੁੱਕੇ ਨੇ 2-3 ਵਾਰ। ਤੇ ਅੱਜ ਸ਼ਨੀਵਾਰ ਨੂੰ ਡੇਰਾ ਬਿਆਸ ਵਿੱਚ ਦਰਸ਼ਨਾਂ ਦਾ ਪ੍ਰੋਗਰਾਮ ਹੋਇਆ। ਪਹਿਲਾਂ 45 ਮਿੰਟ ਦਾ ਸਤਸੰਗ ਕਰਤਾ ਜੀ ਨੇ ਕੀਤਾ ਸੀ। ਉਸ ਤੋਂ ਬਾਅਦ ਦਰਸ਼ਨ ਹੋਏ ਸੰਗਤ ਨੂੰ ਖੁੱਲ੍ਹੀ ਕਾਰ ਵਿੱਚ। ਸ਼ਬਦ ਬਹੁਤ ਵਧੀਆ ਪੜ੍ਹੇ ਜਾ ਰਹੇ ਸੀ। ਅਤੇ ਦੋਸਤੋ ਅੱਜ ਇੱਕ ਇੰਸੀਡੈਂਟ ਹੋਇਆ ਕਿ ਉੱਥੇ ਜਦੋਂ ਬਾਬਾ ਜੀ ਦਰਸ਼ਨਾਂ ਦੇ ਟਾਈਮ ਦਰਸ਼ਨ ਦੇਣ ਆਏ ਸੰਗਤ ਨੂੰ, ਤਾਂ ਉੱਥੇ ਇੱਕ ਬੀਬੀ ਜੀ ਉੱਠ ਗਏ ਬਾਬਾ ਜੀ ਨੂੰ ਦੇਖ ਕੇ। ਇਨਡਿਸਪਲਿਨ ਜਿਹਾ ਹੋ ਗਿਆ ਉੱਥੇ। ਫਿਰ ਦੋ ਸਿਕਿਉਰਿਟੀ ਵਾਲੀਆਂ ਭੈਣਾਂ, ਸਿਕਿਉਰਿਟੀ ਵਾਲੀਆਂ ਬੀਬੀਆਂ ਨੇ ਉਸ ਬੀਬੀ ਨੂੰ ਫੜਿਆ ਅਤੇ ਉੱਥੇ ਹੀ ਬਿਠਾਇਆ। ਫਿਰ ਜਦੋਂ ਬਾਬਾ ਜੀ ਦਰਸ਼ਨ ਦੇ ਕੇ ਫਿਰ ਘੁੰਮ ਕੇ ਵਾਪਸ ਆਏ ਖੁੱਲ੍ਹੀ ਕਾਰ ਵਿੱਚ, ਫਿਰ ਵੀ ਉਹ ਸਿਕਿਉਰਿਟੀ ਵਾਲੀਆਂ ਬੀਬੀਆਂ ਨਾਲ ਬੈਠੀਆਂ ਹੋਈਆਂ ਸੀ ਉਹਦੇ। ਤਾਂ ਦੋਸਤੋ ਜਿਹਨੇ ਇਹ ਇੰਸੀਡੈਂਟ ਹੁੰਦਾ ਦੇਖਿਆ ਉਹ ਦੱਸ ਸਕਦਾ। ਪਰ ਇੱਦਾਂ ਸਾਨੂੰ ਕਿਸੇ ਨੂੰ ਵੀ ਇੱਦਾਂ ਨਹੀਂ ਕਰਨਾ ਚਾਹੀਦਾ, ਕਿਉਂਕਿ ਹੋਰ ਵੀ ਸੰਗਤ ਡਿਸਟਰਬ ਹੁੰਦੀ ਆ। ਸਾਰੇ ਉਸ ਟਾਈਮ ਸ਼ਾਂਤੀ ਨਾਲ ਬੈਠੇ ਹੁੰਦੇ ਆ, ਉਹਨਾਂ ਦੇ ਦਰਸ਼ਨਾਂ ਵਿੱਚ ਬਾਧਾ ਆਉਂਦੀ ਆ, ਵਿਘਨ ਪੈਂਦਾ। ਬਾਬਾ ਜੀ ਕਹਿੰਦੇ ਹੁੰਦੇ ਆ ਕਿ ਇਹ ਸਭ ਗੱਲਾਂ ਵਿੱਚ ਕੁਛ ਨਹੀਂ ਹੈਗਾ। ਅਤੇ ਦੂਸਰਾ ਅਤੇ ਵੱਡਾ ਇੰਸੀਡੈਂਟ ਉਹ ਇਹ ਹੋਇਆ, ਜਿਹੜਾ ਪਹਿਲਾਂ ਵੀ 1-2 ਵਾਰ ਹੋ ਚੁੱਕਿਆ ਵਾ। ਉਹ ਇਹ ਸੀ ਕਿ ਅਜੇ ਪਾਠੀ ਜੀ ਨੇ ਸਤਸੰਗ ਖ਼ਤਮ ਕੀਤਾ ਨਹੀਂ ਸੀ। ਉਸ ਤੋਂ ਬਾਅਦ ਜਦੋਂ ਦਰਸ਼ਨ ਹੁੰਦੇ ਆ, ਅਜੇ ਸਤਸੰਗ ਚੱਲ ਹੀ ਰਿਹਾ ਸੀਗਾ ਅਤੇ ਖ਼ਤਮ ਹੋਣ ਤੋਂ ਕੁਛ ਮਿੰਟ ਪਹਿਲਾਂ ਹੀ ਜਿਹੜੀ ਬੀਬੀਆਂ ਸੀ ਉਹ ਪਹਿਲਾਂ ਹੀ ਰੌਲਾ ਪਾਉਣ ਲੱਗ ਗਈਆਂ, ਪਹਿਲਾਂ ਹੀ ਉੱਠ ਖੜੀਆਂ। ਤਾਂ ਇਹ ਦੋਸਤੋ ਇੱਦਾਂ ਕਰਨਾ ਸ਼ੋਭਾ ਨਹੀਂ ਦਿੰਦਾ, ਕਿਉਂਕਿ ਅਜੇ ਬਾਬਾ ਜੀ ਵੀ ਸਟੇਜ 'ਤੇ ਬੈਠੇ ਹੋਏ ਸੀਗੇ ਅਤੇ ਹਜ਼ੂਰ ਜਸਦੀਪ ਸਿੰਘ ਜੀ ਵੀ ਸਟੇਜ 'ਤੇ ਵਿਰਾਜਮਾਨ ਸੀ। ਅਤੇ ਜਦੋਂ ਇਹ ਹਲਚਲ ਹੋਈ ਬੀਬੀਆਂ ਦੇ ਸਾਈਡ, ਤਾਂ ਬਾਬਾ ਜੀ ਨੇ ਥੋੜ੍ਹਾ ਜਿਹਾ ਉਹਨਾਂ ਵੱਲ ਦੇਖਿਆ, ਹਜ਼ੂਰ ਜੀ ਨੇ ਵੀ, ਕਿਉਂਕਿ ਇੱਕਦਮ ਜਦੋਂ ਸ਼ੋਰ ਹੁੰਦਾ ਵਾ ਅਤੇ ਸਤਸੰਗ ਖ਼ਤਮ ਨਾ ਹੋਇਆ ਹੋਵੇ ਤਾਂ ਇਹ ਔਡ ਜਿਹਾ ਲੱਗਦਾ ਦੋਸਤੋ। ਇਨਡਿਸਿਪਲਿਨ ਕ੍ਰੀਏਟ ਹੁੰਦਾ ਬਹੁਤ। ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ। ਇਹ ਬੀਬੀਆਂ ਹੀ ਇੱਦਾਂ ਕਰਦੀਆਂ ਨੇ। ਪਿਛਲੀ ਵਾਰ ਵੀ ਸੇਮ ਆਹੀ ਚੀਜ਼ ਕੀਤੀ ਸੀ ਬੀਬੀਆਂ ਨੇ। ਸਾਨੂੰ ਸਾਰਿਆਂ ਨੂੰ, ਬਾਬਾ ਜੀ ਦੀ ਪਿਆਰੀ ਸੰਗਤ ਨੂੰ, ਕਿਸੇ ਨੂੰ ਵੀ ਇੰਨੀ ਕਾਹਲੀ ਨਹੀਂ ਕਰਨੀ ਚਾਹੀਦੀ। ਸ਼ੋਭਾ ਨਹੀਂ ਦਿੰਦਾ ਇੱਦਾਂ ਕਿਸੇ ਨੂੰ ਵੀ, ਕਿਉਂਕਿ ਜਿੱਥੇ ਇੰਨੀ ਸ਼ਾਂਤੀ ਨਾਲ ਆਪਾਂ ਨੇ ਪੂਰਾ ਸਤਸੰਗ ਸੁਣਿਆ ਅਤੇ ਸਤਸੰਗ ਦੇ ਐਂਡ ਵਿੱਚ ਆਪਾਂ 5 ਮਿੰਟ ਹੋਰ ਨਹੀਂ ਬਹਿ ਸਕਦੇ। ਦਰਸ਼ਨ ਤਾਂ ਕਰਨੇ ਹੀ ਆ ਸਾਰਿਆਂ ਨੇ, ਸਾਰਿਆਂ ਨੂੰ ਦਰਸ਼ਨ ਹੋਣੇ ਹੀ ਆ। ਅਤੇ ਦੋਸਤੋ ਅੱਜ ਜਿਹੜੇ ਕੁਐਸਚਨ ਆਨਸਰ ਹੋਏ ਸੀ ਉਹਨਾਂ ਵਿੱਚੋਂ ਫਸਟ ਕੁਐਸਚਨ ਇਹ ਸੀਗਾ ਕਿ ਕਿਸੇ ਨੇ ਬਾਬਾ ਜੀ ਤੋਂ ਪੁੱਛਿਆ ਕਿ ਬਾਬਾ ਜੀ ਬੁਰਾਈ ਬਾਰੇ, ਕਿ ਬੁਰਾਈ ਵਿੱਚ ਵੀ ਬੁਰਾਈ ਨੂੰ ਨਹੀਂ ਦੇਖਣਾ ਚਾਹੀਦਾ। ਲੇਕਿਨ ਮੈਂ ਇੱਕ ਟੀਚਰ ਹਾਂ, ਮੈਂ ਬੱਚਿਆਂ ਨੂੰ ਪੜ੍ਹਾਉਂਦਾ ਵਾਂ, ਤਾਂ ਸਮਝ ਨਹੀਂ ਆਉਂਦਾ ਕੀ ਕਰਨਾ ਚਾਹੀਦਾ। ਬਾਬਾ ਜੀ ਨੇ ਫਰਮਾਇਆ ਕਿ ਬੇਟਾ ਜਿਸ ਚੀਜ਼ ਉੱਤੇ ਆਪਾਂ ਧਿਆਨ ਰੱਖਾਂਗੇ ਨਾ, ਉਸ ਵਿੱਚੋਂ ਸਾਨੂੰ ਸਿੱਖਣ ਨੂੰ ਕੁਛ ਨਾ ਕੁਛ ਮਿਲੂਗਾ। ਜੇ ਹੁਣ ਆਪਾਂ ਨੈਗੇਟਿਵਿਟੀ ਵੱਲ ਧਿਆਨ ਦੇਵਾਂਗੇ ਤਾਂ ਨੈਗੇਟਿਵਿਟੀ ਹੋਊਗੀ, ਜੇ ਪੋਜ਼ੀਟਿਵ ਚੀਜ਼ਾਂ ਦੇਖਾਂਗੇ ਤਾਂ ਪੋਜ਼ੀਟਿਵਿਟੀ ਹੋਊਗੀ। ਇਸ ਲਈ ਤੁਸੀਂ ਹਮੇਸ਼ਾ ਪੋਜ਼ੀਟਿਵ ਰਹੋ ਅਤੇ ਹੱਲ ਉੱਤੇ, ਸੋਲਿਊਸ਼ਨ ਉੱਤੇ ਧਿਆਨ ਰੱਖੋ। ਅਗਲਾ ਕੁਐਸਚਨ ਕਿਸੇ ਨੇ ਪੁੱਛਿਆ ਕਿ ਬਾਬਾ ਜੀ ਉਹਨੇ ਕੋਈ ਗੱਲ ਆਪਣੀ ਸ਼ੇਅਰ ਕੀਤੀ। ਫਿਰ ਕਹਿੰਦਾ ਕਿ ਬਾਬਾ ਜੀ ਮੈਂ ਤਤਕਾਲ ਦਰਸ਼ੀ ਹਾਂ, ਮੈਂ ਕੋਈ ਵੀ ਗੱਲ ਜਾਣ ਸਕਦਾ ਵਾ, ਇੱਦਾਂ ਕੁਛ। ਲੇਕਿਨ ਜਦੋਂ ਮੈਂ ਤੁਹਾਨੂੰ ਦੇਖ ਰਿਹਾ ਵਾ ਤਾਂ ਮੈਨੂੰ ਕੁਛ ਵੀ ਸਮਝ ਨਹੀਂ ਆ ਰਿਹਾ। ਤਾਂ ਦੇਖੋ ਦੋਸਤੋ, ਉਹਨੂੰ ਤਾਂ ਕੋਈ ਸਮਝ ਨਹੀਂ ਸਕਦਾ। ਉਹਨੇ ਕਿਹਾ ਕਿ ਬਾਬਾ ਜੀ ਮੈਂ ਤੁਹਾਨੂੰ ਪਹਿਚਾਣ ਹੀ ਨਹੀਂ ਪਾ ਰਿਹਾ। ਬਾਬਾ ਜੀ ਨੇ ਫਰਮਾਇਆ ਕਿ ਕੀ ਪ੍ਰਸ਼ਨ ਕੀ ਉੱਤਰ, ਜੋ ਮਿਲੂਗਾ ਸਾਨੂੰ ਅੰਦਰੋਂ ਮਿਲੂਗਾ। ਇਹ ਅਹਿਸਾਸ ਦੀ ਗੱਲ ਹੈ। ਅੱਜ ਤੱਕਰ ਕੋਈ ਇੰਨਾ ਬੁੱਧੀਮਾਨ ਨਹੀਂ ਹੈ ਜੋ ਪਰਮਾਰਥ ਨੂੰ ਸਮਝ ਸਕੇ। ਸਾਨੂੰ ਜੋ ਵੀ ਜਵਾਬ ਮਿਲੂਗਾ ਉਹ ਸਾਨੂੰ ਸਾਡੀ ਕਰਨੀ ਤੋਂ ਮਿਲੂਗਾ ਅਤੇ ਅੰਦਰੋਂ ਹੀ ਮਿਲੂਗਾ। ਇੱਕ ਭਾਈ ਸਾਹਿਬ ਨੇ ਕੁਐਸਚਨ ਪੁੱਛਿਆ ਕਿ ਬਾਬਾ ਜੀ ਮੇਰੀ ਚਾਹਤ ਸੀ 25 ਸਾਲਾਂ ਤੋਂ ਤੁਹਾਡੇ ਨਾਲ ਗੱਲ ਕਰਨ ਦੀ। ਬਾਬਾ ਜੀ ਨੇ ਕਿਹਾ ਕਿ ਸੋਚ ਤਾਂ ਠੀਕ ਹੈ, ਲੇਕਿਨ ਜਦੋਂ ਤੱਕ ਅਸੀਂ ਕਦਰ ਨਹੀਂ ਕਰਾਂਗੇ ਅਤੇ ਸ਼ੁਕਰ ਨਹੀਂ ਕਰਾਂਗੇ ਤਾਂ ਸਾਡੇ ਉੱਤੇ ਬਖਸ਼ਿਸ਼ ਨਹੀਂ ਹੋਊਗੀ। ਇਸ ਲਈ ਆਪਾਂ ਨੇ ਤਾਂ ਸਿਰਫ ਕਦਰ ਕਰਨੀ ਆ ਅਤੇ ਸ਼ੁਕਰ ਕਰਨਾ ਹੈ। ਅਗਲਾ ਕੁਐਸਚਨ ਕਿਸੇ ਨੇ ਪੈਸੇ ਬਾਰੇ ਪੁੱਛਿਆ ਕਿ ਬਾਬਾ ਜੀ ਮਨ ਪੈਸੇ ਪਿੱਛੇ ਪਿਆ ਹੋਇਆ ਵਾ। ਬਾਬਾ ਜੀ ਨੇ ਫਰਮਾਇਆ ਕਿ ਪੈਸੇ ਨਾਲ ਸਿਹਤ ਔਰ ਖੁਸ਼ੀ
ਖਰੀਦੀ ਜਾ ਸਕਦੀ ਹੈ? ਸਾਡਾ ਲਕਸ਼ ਕੀ ਹੈ? ਪੈਸਾ ਇੱਕ ਜ਼ਰੀਆ ਹੈ। ਅਸਲ ਵਿੱਚ ਤਾਂ ਸਾਨੂੰ ਮਨ ਦੀ ਸ਼ਾਂਤੀ ਚਾਹੀਦੀ ਆ। ਜੇ ਸਾਡੇ ਮਨ ਵਿੱਚ ਹੀ ਸ਼ਾਂਤੀ ਨਹੀਂ ਤਾਂ ਜ਼ਿਆਦਾ ਪੈਸਾ ਹੋਣ ਦਾ ਕੀ ਫਾਇਦਾ? ਫਿਰ ਉਸ ਨੇ ਹੀ ਸਵਾਲ ਕੀਤਾ ਕਿ ਬਾਬਾ ਜੀ ਧਿਆਨ ਨੂੰ ਕਿਵੇਂ ਸੰਭਾਲੀਏ? ਬਾਬਾ ਜੀ ਨੇ ਫਰਮਾਇਆ ਕਿ ਹੁਣ ਆਪਾਂ ਨੇ ਮਨ ਦੀ ਚਾਕਰੀ ਕਰਨੀ ਹੈ। ਆਪਾਂ ਨੇ ਤਾਂ ਇਹ ਦੇਖਣਾ ਕਿ ਮਨ ਸਾਡੇ ਕਾਬੂ ਵਿੱਚ ਹੋਵੇ। ਜੇ ਆਪਾਂ ਮਨ ਦੇ ਮਗਰ ਲੱਗਾਂਗੇ, ਗਲਤ ਕਦਮ ਚੁੱਕ ਕੇ ਬਹਿ ਜਾਾਂਗੇ ਤਾਂ ਬੇਟਾ ਫਿਰ ਹਿਸਾਬ ਵੀ ਸਾਨੂੰ ਦੇਣਾ ਪਊਗਾ। ਇਹਦਾ ਨਤੀਜਾ ਵੀ ਸਾਨੂੰ ਭੁਗਤਣਾ ਪੈਣਾ ਵਾ। ਇਸ ਲਈ ਜੋ ਕੁਝ ਵੀ ਕਰਨਾ ਹੈ ਸੋਚ ਸਮਝ ਕੇ ਕਰਨਾ ਹੈ। ਅਗਲਾ ਸਵਾਲ ਕਿਸੇ ਨੇ ਕੈਰੀਅਰ ਦੀ ਕਲੈਰਿਟੀ ਬਾਰੇ ਪੁੱਛਿਆ। ਬਾਬਾ ਜੀ ਨੇ ਫਰਮਾਇਆ ਕਿ ਹਰ ਇੱਕ ਦੀ ਕਮਜ਼ੋਰੀ ਅਤੇ ਤਾਕਤ ਅਲੱਗ-ਅਲੱਗ ਹੁੰਦੀ ਹੈ। ਆਪਾਂ ਤਾਂ ਬੱਚਾ ਬਚਪਨ ਵਿੱਚ ਬਹੁਤ ਕੁਝ ਸੋਚਦਾ ਹੈ, ਲੇਕਿਨ ਜੋ ਮਾਂ-ਬਾਪ ਕਹਿੰਦੇ ਹਨ ਆਪਾਂ ਨੇ ਉਹਦੇ ਉੱਪਰ ਵੀ ਧਿਆਨ ਦੇਣਾ ਹੈ। ਹੁਣ ਠੀਕ ਆ, ਜੇ ਆਪਾਂ ਬੜੇ ਹੋ ਗਏ ਹਾਂ, ਫੈਸਲਾ ਆਪਣੇ ਆਪ ਲੈ ਸਕਦੇ ਹਾਂ, ਲੇਕਿਨ ਜੋ ਮਾਂ-ਬਾਪ ਕਹਿੰਦੇ ਆ ਉਹ ਸਾਡੀ ਬਿਹਤਰੀ ਵਾਸਤੇ ਕਹਿੰਦੇ ਹਨ, ਉਹਦੇ ਉੱਤੇ ਵੀ ਸਾਨੂੰ ਧਿਆਨ ਦੇਣਾ ਚਾਹੀਦਾ। ਇੱਕ ਸਿਸਟਰ ਨੇ ਪੁੱਛਿਆ ਕਿ ਬਾਬਾ ਜੀ ਮੈਨੂੰ ਰੂਹਾਨੀਅਤ ਵਿੱਚ, ਪਰਮਾਰਥ ਵਿੱਚ ਬਹੁਤ ਖੁਸ਼ੀ ਮਿਲਦੀ ਹੈ, ਮੇਰਾ ਕਿਤੇ ਜਾਣ ਦਾ ਮਨ ਨਹੀਂ ਕਰਦਾ। ਬਾਬਾ ਜੀ ਨੇ ਉਹਨੂੰ ਕਿਹਾ ਕਿ ਆਪਾਂ ਨੇ ਬੈਲੈਂਸ ਬਣਾ ਕੇ ਰੱਖਣਾ ਵਾ, ਬਸ ਉਸੂਲਾਂ ਦੀ ਕੁਰਬਾਨੀ ਨਹੀਂ ਦੇਣੀ। ਪ੍ਰੋਬਲਮ ਤਾਂ ਹੀ ਆਉਂਦੀ ਹੈ ਜਦੋਂ ਆਪਾਂ ਬੈਲੈਂਸ ਨਹੀਂ ਬਣਾਉਂਦੇ। ਇੱਕ ਸਿਸਟਰ ਨੇ ਸਵਾਲ ਕੀਤਾ ਕਿ ਬਾਬਾ ਜੀ ਮੈਨੂੰ ਤੁਹਾਡੇ ਉੱਤੇ ਪੂਰਾ ਭਰੋਸਾ, ਲੇਕਿਨ ਮੈਂ ਅਜੇ ਨਾਮਦਾਨ ਨਹੀਂ ਲਿਆ ਹੋਇਆ, ਤਾਂ ਪਰਮਾਰਥ ਦੇ ਰਸਤੇ ਉੱਤੇ ਅੱਗੇ ਕਿਵੇਂ ਵਧਾਂ? ਇਹ ਕੁਐਸਚਨ ਕਈਆਂ ਲਈ, ਜਿਗਿਆਸੂਆਂ ਲਈ ਹੋ ਸਕਦਾ ਜਿਨ੍ਹਾਂ ਨੂੰ ਅਜੇ ਨਾਮਦਾਨ ਨਹੀਂ ਮਿਲਿਆ। ਬਾਬਾ ਜੀ ਨੇ ਫਰਮਾਇਆ ਕਿ ਰਸਤੇ ਨੂੰ ਪਹਿਚਾਨਣ ਦੀ ਲੋੜ ਹੈ। ਕਿਤਾਬਾਂ ਪੜ੍ਹਨ ਵਾਸਤੇ ਬਾਬਾ ਜੀ ਨੇ ਕਿਹਾ ਅਤੇ ਸਤਸੰਗ ਸੁਣਨ ਵਾਸਤੇ ਕਿਹਾ। ਚੰਗੀ ਤਰ੍ਹਾਂ ਜੇ ਸਮਝਾਂਗੇ ਤਾਂ ਹੀ ਆਪਾਂ ਅੱਗੇ ਵਧ ਪਾਵਾਂਗੇ। ਅਗਲਾ ਸਵਾਲ ਉਹਨਾਂ ਲਈ ਜਿਨ੍ਹਾਂ ਨੂੰ ਗੁੱਸਾ ਬਹੁਤ ਆਉਂਦਾ ਹੈ। ਕਿਸੇ ਨੇ ਗੁੱਸੇ ਬਾਰੇ ਪੁੱਛਿਆ। ਬਾਬਾ ਜੀ ਨੇ ਸਮਝਾਇਆ ਕਿ ਜਿਵੇਂ ਜਿਵੇਂ ਆਪਾਂ ਬੜੇ ਹੋਵਾਂਗੇ ਉਵੇਂ ਉਵੇਂ ਸਾਨੂੰ ਸਮਝ ਆਊਗੀ, ਸਾਨੂੰ ਅਹਿਸਾਸ ਹੋਊਗਾ ਕਿ ਗੁੱਸੇ ਨਾਲ ਕੁਝ ਵੀ ਹਾਸਿਲ ਹੋਣ ਵਾਲਾ ਨਹੀਂ ਹੈ। ਜਦੋਂ ਤੁਸੀਂ ਬੜੇ ਹੋ ਜਾਓਗੇ ਤਾਂ ਖੁਦ ਹੀ ਸਮਝ ਆਓਗੇ। ਅਗਲਾ ਸਵਾਲ, ਬਾਬਾ ਜੀ ਜੇ ਗਲਤੀ ਨਾਲ ਵੀ ਕੋਈ ਜਾਨਵਰ ਮਰ ਜਾਂਦਾ ਹੈ ਤਾਂ ਕੀ ਉਸ ਨਾਲ ਕਰਮ ਬਣਦੇ ਹਨ? ਬਾਬਾ ਜੀ ਨੇ ਫਰਮਾਇਆ ਕਿ ਜਦੋਂ ਆਪਾਂ ਸਾਂਸ ਲੈਂਦੇ ਹਾਂ ਤਾਂ ਕਰਮ ਤਾਂ ਉਹਦੇ ਨਾਲ ਵੀ ਬਣਦੇ ਹਨ। ਇਹ ਤੁਸੀਂ ਮਾਲਿਕ 'ਤੇ ਛੱਡ ਦਿਓ, ਬਸ ਆਪਣੀ ਤਰਫੋਂ ਠੀਕ ਹੋ ਕੇ ਚੱਲੀਏ। ਅਗਲਾ ਸਵਾਲ, ਬਾਬਾ ਜੀ ਮੈਨੂੰ ਫਿਊਚਰ ਦਾ ਬਹੁਤ ਡਰ ਰਹਿੰਦਾ ਹੈ। ਬਾਬਾ ਜੀ ਨੇ ਫਨੀ ਵੇ ਵਿੱਚ ਕਿਹਾ ਕਿ ਮੈਨੂੰ ਵੀ ਫਿਊਚਰ ਦਾ ਬਹੁਤ ਡਰ ਰਹਿੰਦਾ ਹੈ ਕਿ ਸਤਸੰਗੀਆਂ ਦਾ ਕੀ ਬਣੂਗਾ। ਫਿਰ ਉਹ ਸਿਸਟਰ ਇਮੋਸ਼ਨਲ ਹੋਈ ਅਤੇ ਕਿਹਾ ਕਿ ਬਾਬਾ ਜੀ ਪਿਆਰ ਕਰਨੀ ਵਿੱਚ ਜ਼ਾਹਿਰ ਨਹੀਂ ਹੋ ਰਿਹਾ। ਇਹ ਸ਼ਾਇਦ ਲੱਖਾਂ ਸੰਗਤ ਦੀ ਸਿਚੁਏਸ਼ਨ ਹੋਊਗੀ। ਬਾਬਾ ਜੀ ਨੇ ਸਮਝਾਇਆ ਕਿ ਮਾਲਿਕ ਨੇ ਸਾਨੂੰ ਵਿਵੇਕ ਦੀ ਤਾਕਤ ਦਿੱਤੀ ਹੈ, ਤੁਸੀਂ ਤਰਕ ਦੇ ਨਾਲ ਚੱਲੋ। ਵਿਛੋੜਾ ਇਨਸਾਨ ਦਿੰਦਾ ਹੈ, ਮਾਲਿਕ ਨਹੀਂ ਦਿੰਦਾ। ਫਿਰ ਉਹ ਸਿਸਟਰ ਨੇ ਦ੍ਰਿਸ਼ਟੀ ਬਾਰੇ ਕਿਹਾ। ਫਿਰ ਬਾਬਾ ਜੀ ਕਹਿੰਦੇ ਕਿ ਮੇਰੀ ਦ੍ਰਿਸ਼ਟੀ ਨਾਲ ਕੁਝ ਨਹੀਂ ਹੋਣਾ, ਇਹ ਤਾਂ ਜਦੋਂ ਤੱਕ ਆਪਾਂ ਅੰਤਰਮੁਖ ਧਿਆਨ ਨਹੀਂ ਕਰਾਂਗੇ। ਜਦ ਆਪਾਂ ਅੰਤਰਮੁਖ ਧਿਆਨ ਕਰਾਂਗੇ ਤਾਂ ਸਮਝ ਆਊਗੀ, ਤਾਂ ਹੀ ਅਹਿਸਾਸ ਹੋਊਗਾ। ਅਗਲਾ ਸਵਾਲ ਕਿਸੇ ਨੇ ਧਿਆਨ ਬਾਰੇ ਪੁੱਛਿਆ। ਬਾਬਾ ਜੀ ਨੇ ਫਰਮਾਇਆ ਕਿ ਸਿਮਰਨ ਨਾਲ ਧਿਆਨ ਇਕਾਗਰ ਹੋਊਗਾ। ਜਦੋਂ ਆਪਾਂ ਮਾਤਾ ਪਿਤਾ ਦਾ ਨਾਮ ਲੈਂਦੇ ਹਾਂ, ਉਹਨਾਂ ਦਾ ਨਾਮ ਦੁਹਰਾਉਂਦੇ ਹਾਂ, ਤਾਂ ਉਹਨਾਂ ਦਾ ਧਿਆਨ ਸਾਡੀ ਅੱਖਾਂ ਅੱਗੇ ਆ ਜਾਂਦਾ ਵਾ। ਇਸੇ ਤਰ੍ਹਾਂ ਜਦੋਂ ਸਾਨੂੰ ਲਫ਼ਜ਼ ਦਿੱਤੇ ਜਾਂਦੇ ਹਨ ਤਾਂ ਮਾਲਿਕ ਦਾ ਵੀ ਧਿਆਨ ਅੱਖਾਂ ਅੱਗੇ ਆ ਜਾਂਦਾ ਵਾ। ਜਦੋਂ ਆਪਾਂ ਇਸ ਲਈ ਸਿਮਰਨ ਕਰਾਂਗੇ ਤਾਂ ਹੀ ਇਕਾਗਰਤਾ ਬਣੂਗੀ, ਫਿਰ ਅੰਦਰੋਂ ਰਿਸ਼ਤਾ ਜੁੜੂਗਾ। ਅਗਲਾ, ਬਾਬਾ ਜੀ ਨੇ ਕਿਸੇ ਨੂੰ ਕੁਝ ਸਮਝਾਇਆ ਕਿ ਜੋ ਇਹ ਬਾਹਰਲੀਆਂ ਚੀਜ਼ਾਂ ਨੇ, ਬਾਹਰੀ ਕਰਮਕਾਂਡ, ਇਹਦਾ ਇਹ ਇੱਕ ਸਿੰਬੋਲਿਕ ਸੀ, ਇਹਦਾ ਇੱਕ ਮਕਸਦ ਸੀ ਕਿ ਮਨ ਵਿੱਚ ਨਿਮਰਤਾ ਆਏ। ਸਾਡੇ ਅੰਦਰ ਨਿਮਰਤਾ ਆਉਂਦੀ ਨਹੀਂ, ਇਹੀ ਸਭ ਗੱਲਾਂ ਵਿੱਚ ਲੱਗੇ ਹੋਏ ਹਾਂ। ਇਹਨਾਂ ਸਭ ਚੀਜ਼ਾਂ ਦਾ ਮਕਸਦ ਕਿਸੇ ਨੂੰ ਯਾਦ ਨਹੀਂ। ਮੇਰੀ ਵੱਲੋਂ ਜੋ ਮਰਜ਼ੀ ਕਰੋ, ਲੇਕਿਨ ਜੋ ਉਪਦੇਸ਼ ਸਮਝਾਇਆ ਗਿਆ ਸੀ ਉਹਦੇ ਉੱਤੇ ਧਿਆਨ ਰੱਖੀਏ। ਜੋ ਮਰਜ਼ੀ ਕਰੀਏ, ਮਿਲੂਗਾ ਤਾਂ ਅੰਦਰੋਂ ਹੀ ਮਿਲੂਗਾ। ਅਗਲਾ ਕੁਐਸਚਨ ਫਿਰ ਕਿਸੇ ਨੇ ਗੁੱਸੇ ਬਾਰੇ ਪੁੱਛਿਆ ਕਿ ਬਾਬਾ ਜੀ ਗੁੱਸਾ ਬਹੁਤ ਆਉਂਦਾ ਹੈ। ਬਾਬਾ ਜੀ ਨੇ ਮਜ਼ਾਕ ਨਾਲ ਓਪਨਲੀ ਕਿਹਾ ਕਿ ਫਿਰ ਕੱਢ ਲਿਆ ਕਰ ਗੁੱਸਾ ਆਪਣਾ, ਕੱਢ ਲਿਆ ਕਰ ਫਿਰ ਗੁਬਾਰ, ਹੋਰ ਕੀ ਹੋ ਸਕਦਾ। ਇਸ ਉੱਤੇ ਸੰਗਤ ਬਹੁਤ ਹੱਸੀ।
ਇਸ ਉੱਤੇ ਦੋਸਤੋ ਬਾਬਾ ਜੀ ਅੱਗੇ ਵੀ ਕਈ ਵਾਰ ਕੁਐਸਚਨ ਆਨਸਰ ਦੇ ਦੌਰਾਨ ਕਹਿੰਦੇ ਹੁੰਦੇ ਆ ਕਿ ਇੱਕ ਪੰਚਿੰਗ ਬੈਗ ਬਣਾ ਲਓ, ਉਹਦੇ 'ਤੇ ਪੰਚ ਮਾਰਦੇ ਰਹੋ। ਕਿਸੇ ਨੇ ਪੜ੍ਹਾਈ ਬਾਰੇ ਵੀ ਪੁੱਛਿਆ ਸੀ ਤਾਂ ਬਾਬਾ ਜੀ ਨੇ ਕਿਹਾ ਸੀ, ਬੇਟਾ ਮੇਰਾ ਵੀ ਮਨ ਨਹੀਂ ਲੱਗਦਾ ਸੀ ਪੜ੍ਹਾਈ ਵਿੱਚ, ਤਾਂ ਜਿਹੜਾ ਕੰਮ ਮੈਂ ਨਹੀਂ ਕਰ ਸਕਿਆ ਉਸ ਵਿੱਚ ਮੈਂ ਸਾਥ ਵੀ ਤੁਹਾਡਾ ਨਹੀਂ ਦੇ ਸਕਦਾ। ਸੰਗਤ ਇਸ ਉੱਤੇ ਬਹੁਤ ਹੱਸੀ।